हर पल दी। जोर से तारीफ करो खुदावंद की। हालेलुया। एक टेस्टिमनी को हम जल्दी जल्दी सुनेंगे, उसके बाद हम परमेश्वर के वचन में चलेंगे। अपोस्टल ये बहुत अमेजिंग टेस्टिमनी है। इस बहन का नाम मुकेश कुमारी है, जलंधर के ये रहने वाले हैं। 9 सितंबर 2022 को ये बहन बाइक पर अपने फादर के साथ जा रहे थे कहीं पे, तो अचानक से इनका दुपट्टा जो था बाइक के चेन में अटक गया, फंस गया वहां पे, और इस बहन के गले में बहुत जोर से खींचे इनका जो गर्दन था वो कस गई थी पूरी तरह से, और गर्दन पर निशान बन गए। और उसी टाइम ये बहन बाइक से बहुत जोर से नीचे जमीन के ऊपर गिरे। उसी दौरान चुप कर। वेलकम सर आपका। आप पास्टर हैं? हाँ जी सर, जय मसीह। आप अपनी गवाही दीजिए, क्या हुआ उस दिन? 9 ਸਤੰਬਰ ਦਾ ਦਿਨ ਸੀਗਾ। ਦਿਨ ਦੇ ਤਕਰੀਬਨ 4 ਵਜੇ ਸੀਗੇ। ਮੈਂ ਹਰ ਰੋਜ਼ ਮੋਈ ਪਿੰਡ ਤੋਂ ਦੁੱਧ ਲੈਣ ਜਾਂਦਾ ਸੀ। ਵੀ ਮੁਕੇਸ਼ ਨੇ ਕਦੀ ਵੀ ਕਿਹਾ ਨਹੀਂ ਸੀ ਗਿਆ ਕਿ ਮੈਂ ਫਟਾਫਟ ਜਾ ਕੇ ਦੁੱਧ ਲੈ ਆਈਏ। ਉਸ ਦਿਨ ਪਤਾ ਨਹੀਂ ਕੀ ਪ੍ਰੋਬਲਮ ਆਈ ਕਿ ਲਗਾਤਾਰ ਇਹ ਮੈਨੂੰ ਕਹਿ ਰਹੇ ਸੀ ਡੈਡੀ ਦੁੱਧ ਲੈਣ ਚੱਲੀਏ, ਡੈਡੀ ਦੁੱਧ ਲੈਣ ਚੱਲੀਏ। 4 ਵਜੇ मुकेश मतलब ये आपकी बेटी? हाँ जी बेटी है। ਤੇ 4:10 ਤੇ ਅਸੀਂ ਘਰੋਂ ਚੱਲੇ ਆ ਤੇ ਇਹਨੇ ਕਦੀ ਵੀ ਸਿਰ ਤੇ ਚੁੰਨੀ ਨਹੀਂ ਸੀ ਲਈ। ਮੇਰੀ ਮਾਤਾ ਮੇਰੀ ਬੀਬੀ ਕੋਲ ਬਿਨਾਂ ਤੇ ਬੈਠੀ ਸੀ। ਉਹਨੇ ਕਿਹਾ ਮੁਕੇਸ਼ ਸਿਰ ਤੇ ਚੁੰਨੀ ਲੈ ਲਾ। ਇਹਨੇ ਫਟਾਫਟ ਚੁੰਨੀ ਲਈ, ਮੇਰੇ ਬਾਈਕ ਦੇ ਮੋਟਰਸਾਈਕਲ ਦੇ ਮਗਰ ਬੈਠ ਗਈ। ਜਦੋਂ ਅਸੀਂ ਪਿੰਡ ਦੇ ਕੁਝ ਹੀ ਦੂਰ ਤੇ ਗਏ ਤਾਂ ਇਹਨੇ ਇੱਕਦਮ ਚੀਕ ਮਾਰੀ। ਜਦੋਂ ਚੀਕ ਮਾਰੀ ਮੈਂ ਮੋਟਰਸਾਈਕਲ ਰੋਕਿਆ ਤੇ ਨਾਲੇ ਇਹਨੂੰ ਕਿਹਾ ਮੁਕੇਸ਼ ਤੈਨੂੰ ਬੈਠਣਾ ਵੀ ਨਹੀਂ ਆਉਂਦਾ। ਪਰ ਜਦੋਂ ਇਹ ਮੁੱਧੀ ਪਈ ਸੀ, ਜਦੋਂ ਮੈਂ ਇਹਨੂੰ ਸਿੱਧਿਆ ਕੀਤਾ, ਇਹਦੇ ਮੂੰਹ ਚੋਂ, ਇਹਦੇ ਨੱਕ ਚੋਂ, ਇਹਦੇ ਕੰਨਾਂ ਚੋਂ ਖੂਨ ਜਾ ਰਿਹਾ ਸੀ ਤੇ ਮੈਂ ਇੱਕਦਮ ਘਬਰਾਇਆ। ਨਜ਼ਦੀਕ ਹੀ ਇੱਕ ਖੂਹ ਸੀ, ਉਹ ਖੂਹ ਦਾ ਮੈਂ ਗੇਟ ਖੜਕਾਇਆ। ਜਦੋਂ ਗੇਟ ਖੜਕਾਇਆ ਉਹ ਫਟਾਫਟ ਬਾਹਰ ਆ ਗਏ। ਮੈਂ ਉਹਨਾਂ ਨੂੰ ਕਿਹਾ ਤੁਹਾਡੀ ਗੱਡੀ ਕਿੱਥੇ ਆ, ਬਈ ਫਟਾਫਟ ਡਾਕਟਰ ਦੇ ਲੈ ਕੇ ਜਾਣਾ, ਮੁਕੇਸ਼ ਡਿੱਗ ਪਈ ਆ। ਤੇ ਉਹ ਕਹਿੰਦੇ ਮੇਰੀ ਗੱਡੀ ਤਾਂ ਘਰ ਆ। ਜਾਨੂੰ ਇੱਕ ਗੱਡੀ ਹੋਰ ਆ ਗਈ ਜਿਹੜੀ ਕਿ ਉਹ ਸਾਡੇ ਕੋਲ ਆ ਕੇ ਰੋਕੀ ਉਹਨੇ। ਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਫਰਵਾਲਾ ਡਾਕਟਰ ਦੇ ਛੱਡਿਆ ਨਹੀਂ। ਉਹ ਕਹਿੰਦਾ ਫਰਵਾਲੇ ਨਹੀਂ, ਇਹ ਬੱਸ ਦਾ ਰੋਗ ਨਹੀਂ, ਆਪਾਂ ਇਹਨੂੰ ਫਟਾਫਟ ਬਿਲਗਾ ਚੈਰੀਟੇਬਲ ਹਸਪੀਟਲ ਲੈ ਚੱਲਦੇ ਆ। ਉਹਨੇ ਗੱਡੀ ਨੂੰ ਰੋਕਿਆ। ਮੈਂ ਇਹਨੂੰ ਮੁੱਦਾ ਪੱਟਿਆਂ ਤੇ ਪਾਇਆ ਕਿਉਂਕਿ ਇਹਦੇ ਖੂਨ ਮੂੰਹ ਦੇ ਵਿੱਚੋਂ, ਨੱਕ ਦੇ ਵਿੱਚੋਂ ਇੰਨਾ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਆਪਾਂ ਸਿਰ ਦੇ ਵਿੱਚ ਪਾਣੀ ਪਾ ਰਹੇ ਆ। ਤੇ ਇਸ ਮੇਰਾ ਪਜਾਮਾ ਜਿਹਤੇ ਬਲਕ ਇਹਨੂੰ ਮੈਂ ਬੁੱਧੀ ਪਾਇਆ, ਉਹ ਜਦੋਂ ਮੈਂ ਬਿਲਗੇ ਚੈਰੀਟੇਬਲ ਹਸਪੀਟਲ ਦਾ ਬਿਲਕੁਲ ਭਿੱਜ ਚੁੱਕਾ ਸੀਗਾ। ਤੇ ਉੱਥੇ ਲਿਆ ਕੇ ਫਟਾਫਟ ਡਾਕਟਰਾਂ ਨੇ ਇਹਨੂੰ ਚੈੱਕ ਕੀਤਾ। ਚੈੱਕ ਕਰਦਿਆਂ ਸਾਰੇ ਮੈਂ ਗੋਡਿਆਂ ਭਾਰ ਆ ਗਿਆ, ਪ੍ਰਭੂ ਦੇ ਅੱਗੇ ਪ੍ਰਾਰਥਨਾਵਾਂ ਕਰਨ ਲੱਗ ਪਿਆ। ਤੇ ਉਹਨੇ ਜਵਾਬ ਦੇ ਦਿੱਤਾ। ਉਹ ਕਹਿੰਦੇ ਕਿ ਮੇਰੇ ਇਹ ਬਸ ਦੀ ਗੱਲ ਨਹੀਂ ਹੈਗੀ, ਤੁਸੀਂ ਇਹਨੂੰ ਫਟਾਫਟ ਕਿਹੜੇ ਹਸਪਤਾਲ ਲਿਜਾਣਾ ਚਾਹੋਗੇ। ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਇਹਨੂੰ, ਮੈਂ ਨਹੀਂ ਜਾਣਦਾ ਕਿ ਕਿੱਥੇ ਲਿਜਾਣਾ ਆ, ਤੁਸੀਂ CMC ਲੁਧਿਆਣਾ ਭੇਜ ਦਿਓ। ਉਹ ਗੱਡੀ ਦਾ ਐਂਬੂਲੈਂਸ ਕਰਕੇ ਉਹਨਾਂ ਦੀ ਉਹ ਸਾਨੂੰ ਲੁਧਿਆਣਾ CMC ਲੈ ਗਏ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹਨੇ ਮੈਨੂੰ ਲਗਾਤਾਰ ਇੱਕੋ ਗੱਲ ਕਹਿ ਰਹੇ ਸੀ ਕਿ ਇਹਦੇ ਸੱਟ ਕਿਸ ਤਰ੍ਹਾਂ ਲੱਗੀ ਆ। ਮੈਂ ਇੱਕ ਨੂੰ ਦੱਸਿਆ, 2 ਨੂੰ ਦੱਸਿਆ, 22 ਜਣਿਆਂ ਨੂੰ ਦੱਸਿਆ, ਪਰ ਉਹ ਫਿਰ ਵੀ ਇਸ ਤਰ੍ਹਾਂ ਕਹਿ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਇਹਦਾ ਇਲਾਜ ਵੀ ਕਰੋਗੇ ਜਾਂ ਮੇਰੇ ਕੋਲੋਂ ਪੁੱਛੀ ਜਾਓਗੇ। ਉਹਨੇ ਕੀ ਕੀਤਾ ਕਿ ਮਤਲਬ ਕਿ ਇਹਦੀ ਸਕੈਨਿੰਗ ਕੀਤੀ। ਸਕੈਨਿੰਗ ਦੇ ਵਿੱਚ ਇਹਦੇ ਸੱਟ ਇੰਨੀ ਜ਼ਿਆਦਾ ਲੱਗੀ ਸੀ, ਪਰ ਉਹਨੇ ਸਾਨੂੰ ਦੱਸਿਆ ਕੁਛ ਨਹੀਂ। ਉਹ ਡਾਕਟਰ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਵੀ ਫਟਾਫਟ 2 ਲੱਖ ਰੁਪਈਆ ਜਮ੍ਹਾਂ ਕਰਵਾ ਦੇ, ਇਹਦੇ ਸਿਰ ਦਾ ਆਪਰੇਸ਼ਨ ਹੋਣਾ ਆ। ਮੈਂ ਉਹਨਾਂ ਨੂੰ ਪੁੱਛਿਆ ਕਿ ਆਪਰੇਸ਼ਨ ਜਿਹੜਾ ਹੋਣਾ ਉਹ ਕਿੱਡਾ ਵੱਡਾ ਹੋਊਗਾ। ਉਹਨੇ ਮੈਨੂੰ ਸਿਰ ਤੇ ਦੱਸਿਆ ਕਿ ਇਹਨਾਂ ਦੀ ਖੋਪਰੀ ਲਾ ਕੇ ਉਹ ਵਿੱਚੋਂ ਅੰਦਰ ਜਿਹੜੇ ਕਲੌਡ ਬਣੇ ਆ ਉਹ ਕੱਢਣੇ ਪੈਣਗੇ। ਮੈਂ ਇਹਨਾਂ ਨੂੰ ਇੱਕਦਮ ਕਹਿ ਦਿੱਤਾ ਕਿ ਮੇਰਾ ਪਰਮੇਸ਼ਰ ਤੇ ਭਰੋਸਾ ਆ। ਉਹਨਾਂ ਨੇ ਕਿਹਾ ਕਿ ਬ੍ਰੇਨ ਜਿਹੜਾ ਆਪਣੀ ਜਗ੍ਹਾ ਤੋਂ ਹਿੱਲ ਗਿਆ ਵਾ। ਬਸ ਪੂਰਾ ਬ੍ਰੇਨ ਜੋ ਸੱਟ ਸੀਗੀ ਉਹ ਬ੍ਰੇਨ ਹਿੱਲ ਗਿਆ, ਆਪਣੀ ਜਗ੍ਹਾ ਤੇ ਵੀ ਨਹੀਂ ਹੈਗਾ ਸੀਗਾ। ਉਹਦੇ ਕਰਕੇ ਕੰਨਾਂ ਚੋਂ, ਨੱਕ ਚੋਂ, ਮੂੰਹ ਚੋਂ ਸਾਰੇ ਪਾਸੇ ਖੂਨ ਜਾ ਰਿਹਾ ਸੀਗਾ। ਜਿਹੜੀ ਰੱਸੀ, ਜਿਹੜੀ ਚੁੰਨੀ ਇਹਨਾਂ ਦੇ ਸਿਰ 'ਚ ਸੀਗੀ, ਚੁੰਨੀ ਜਿਹੜੀ ਆ ਮਤਲਬ ਕਿ ਉਹ ਇਹਦੇ ਸਿਰ ਗਲੇ ਤੇ ਇਸ ਤਰ੍ਹਾਂ ਫਰੀ ਸੀ ਕਿ ਜਦੋਂ ਮੈਂ ਇਹਨੂੰ ਅਗਲੇ ਦਿਨ ਦੇਖਿਆ ਕਿ ਇਹਦਾ ਜਿਹੜਾ ਪੂਰਾ ਗਲਾ ਜਿਸ ਤਰ੍ਹਾਂ ਤਲਵਾਰ ਦੇ ਨਾਲ ਤਿੱਖਾ ਵੱਢਿਆ ਹੁੰਦਾ ਇਸ ਤਰ੍ਹਾਂ ਸੀ। ਪਰ ਇਹਦਾ ਖੱਬਾ ਗਲਾ ਦਿਖਾ ਰਹੇ ਇਸਕਾ ਕੌਣ ਹੈ ਅੰਦਰ, ਇਹਦਾ ਖੱਬੇ ਪਾਸੇ ਦਾ ਪੂਰਾ ਚਿਹਰਾ ਜਿਹੜਾ ਸੀਗਾ ਨੀਲਾ ਹੋ ਚੁੱਕਾ ਸੀ। ਤੇ ਡਾਕਟਰ ਨੇ ਮੈਨੂੰ ਕਿਹਾ ਕਿ ਇਹਦਾ ਹੁਣੇ ਆਪਰੇਸ਼ਨ ਹੋਣਾ ਆ। ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਮੈਂ ਇੱਥੇ ਇਲਾਜ ਨਹੀਂ ਕਰਾਉਣਾ। ਉਹਨੇ ਕੀ ਕੀਤਾ, ਮੈਨੂੰ ਕਹਿੰਦੇ ਹੁਣ ਕੀ ਕਰਨਾ ਚਾਹੂੰਗਾ। ਮੈਂ ਕਿਹਾ ਮੈਨੂੰ ਰੈਫਰ ਕਰ ਦਿਓ, ਚਾਹੇ ਡਿਸਚਾਰਜ ਕਰ ਦਿਓ। ਮੈਂ ਕਿਸੇ ਹੋਰ ਹਸਪੀਟਲ ਲੈ ਗਿਆ। ਉਹ ਜਦੋਂ ਮੈਂ ਉਸ ਹਸਪੀਟਲ ਦੇ ਵਿੱਚ ਇਹਨਾਂ ਨੂੰ ਲਿਜਾ ਕੇ ਦਾਖਲ ਕਰਾਇਆ, ਉਹ
ਹਸਪਤਾਲ ਦੇ ਵਿੱਚ ਡਾਕਟਰਾਂ ਨੇ ਮੈਨੂੰ ਕਿਹਾ ਜਦੋਂ ਇਹਦੀ ਸੀਰੀਅਸ ਦੇਖੀ ਕਿ ਇੰਨੀ ਸੀਰੀਅਸ ਆ ਕਿ ਇਹਦਾ ਬਚਣਾ ਮੁਸ਼ਕਲ ਆ। कितने परसेंट चांस? 2% ਜੀ। ਤੇ ਮੈਂ ਅੰਦਰ ਬੈਠ ਕੇ ਵੱਖਰਾ ਰੋਣ ਲੱਗ ਪਿਆ ਤੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਨ ਲੱਗ ਪਿਆ ਕਿ ਪਰਮੇਸ਼ਰ ਮੈਂ ਇਹਨੂੰ ਘਰੋਂ ਦੁੱਧ ਲਿਆਉਣ ਵਾਸਤੇ ਲਿਆਇਆ ਸੀ, ਨਾ ਕਿ ਇਹਦੀ ਮੈਂ ਲਾਸ਼ ਲਿਜਾਣ ਵਾਸਤੇ ਘਰ ਪਹੁੰਚੂਗਾ। ਪਰਮੇਸ਼ਰ ਮੇਰੀ ਮਦਦ ਕਰ। ਤੇ ਇਲਾਜ ਸ਼ੁਰੂ ਹੋ ਗਿਆ। 2-3 ਦਿਨ 3 ਰਾਤਾਂ ਮੈਂ ਕੁਰਸੀ ਤੇ ਬੈਠਾ ਰਿਹਾ। ਉਸ ਦਿਨ ਜਿਸ ਦਿਨ ਇਹਦੇ ਸੱਟ ਲੱਗੀ ਆ ਮੈਂ 2 ਦਿਨ ਪਹਿਲਾਂ ਹੀ ਫਾਸਟਿੰਗ ਤੇ ਸੀਗਾ। ਫਾਸਟਿੰਗ ਤੇ ਸੀਗਾ 3 ਦਿਨ 3 ਰਾਤਾਂ ਕੁਛ ਨਹੀਂ ਖਾਦਾ। ਮੇਰੀ ਮਿਸਜ ਤੇ ਇੱਕ ਲੜਕੀ, ਮੇਰਾ ਬੇਟਾ, ਮੇਰੀ ਨੂੰਹ, ਅਸੀਂ ਤਿੰਨੇ ਦਿਨ ਉੱਥੇ ਜਗ੍ਹਾ ਤੇ ਬੈਠੇ ਰਹੇ ਇੱਕੋ ਕੁਰਸੀਆਂ ਤੇ। ਪਰ ਜਦ ਤੀਸਰੇ ਚੌਥੇ ਦਿਨ ਸਾਨੂੰ ਇੱਕ ਮੁੰਡੇ ਨੇ ਆ ਕੇ ਕਿਹਾ ਵੀ ਅੰਕਲ ਜੀ ਤੁਸੀਂ ਸੌਂਦੇ ਵੀ ਨਹੀਂ ਹੈ, ਸਾਰੀ ਰਾਤ ਬੈਠੇ ਰਹਿੰਦੇ ਆ, ਮੈਂ ਤੁਹਾਡੀ ਜਿਹੜੀ ਹੈ ਨਾ ਦੂਸਰਾ ਬਿਸਤਰਾ ਆ ਇੱਕ ਪਾਸੇ ਲਾਉਣਾ, ਤੁਸੀਂ ਆਰਾਮ ਕਰ ਲਓ। ਪਰ ਮੇਰੇ ਆਰਾਮ ਨੇ ਦਿਲ 'ਚ ਇਕਰਾਰ ਨਹੀਂ ਸੀ। ਇਹ ਬੇਹੋਸ਼ ਸੀਗੀ ਆਈਸੀ? ਇਹਨੂੰ ਕੁਝ ਨਹੀਂ ਪਤਾ। ਇਹ ਕੋਮਾ 'ਚ ਸੀਗੀ? ਕੋਮਾ ਸੀਗੀ। ਔਰ ਇਹ ਕਿੰਨੇ ਲੱਖ ਰੁਪਏ ਲੱਗਾ ਇਲਾਜ ਤੇ ਟੋਟਲੇ ਦੇ? ਮਤਲਬ ਕਿ ਜਦ 24 ਦਿਨ ਹੋਏ ਮੇਰੇ ਕੋਲ 9 ਲੱਖ ਸੀਗਾ, ਉਹ 9 ਲੱਖ ਖਤਮ ਹੋ ਗਿਆ ਸੀ। ਓ ਜੀਸਸ। ਤੇ ਉਸ ਤੋਂ ਬਾਅਦ ਮੈਂ ਰਾਤ ਜਦੋਂ ਮੇਰੇ ਕੋਲ ਪੈਸੇ ਖਤਮ ਹੋਏ ਮੈਂ ਪ੍ਰਾਰਥਨਾ ਕੀਤੀ, हे ਪ੍ਰਭੂ ਯਿਸੂ ਮਸੀਹ ਜੀ। ਪਰ ਉਸ ਤੋਂ ਪਹਿਲਾਂ ਮੈਂ ਅੰਕਿਤ ਰੁੱਲਾ ਬਰਦ ਜੀ ਨੂੰ ਜ਼ੂਮ ਮੀਟਿੰਗ ਤੇ ਇਹਨੇ ਪ੍ਰਾਰਥਨਾ ਕੀਤੀ। ਉਦੋਂ ਇਹ ਕੋਮਾ 'ਚ ਸੀਗੀ ਜਦੋਂ ਜ਼ੂਮ ਤੇ ਪ੍ਰੇਅਰ ਹੋਈ? ਹਾਂਜੀ, ਉਸ ਟਾਈਮ ਤੇ ਉਦੋਂ ਇਹਨੂੰ ਕਿੰਨੇ ਦਿਨ ਹੋ ਗਏ ਸੀ ਕੋਮਾ ਦੇ ਵਿੱਚ? 9 ਤਰੀਕ ਨੂੰ ਤੋਂ ਬਾਅਦ 18 ਤਰੀਕ ਨੂੰ ਪ੍ਰੇਅਰ ਹੋਈ। ਔਰ ਇਹ ਇੰਨੀ ਦੇਰ ਤੱਕ ਕੋਮਾ ਦੇ ਵਿੱਚ ਸੀ? ਇਹ ਕੋਮਾ ਵਿੱਚ ਸੀ, ਇਹਨੂੰ ਕੁਝ ਵੀ ਨਹੀਂ ਸੀ ਪਤਾ। ਉਹ ਪ੍ਰੇਅਰ ਦੇਖਾਂਗੇ ਆਪਾਂ ਉਸ ਦਿਨ ਵਾਲੀ। मैं कमांड करता हूं सब कैंसर को, लीवर प्रॉब्लम्स को, आईज प्रॉब्लम्स, ब्रेन प्रॉब्लम्स, आईसीयू में जो हैं, बी हील्ड इन जीसस नेम। और आपकी बेटी उस टाइम आईसीयू में थी? आईसीयू क्योंकि जब मैंने इसको स्क्रीन पे देखा था तो जो आईसीयू में है ये कॉन्शियस नहीं थी, ये बेहोश थी। इसकी पिक्चर मैंने देखी थी, मुझे याद है। इसकी पिक्चर दिखाओ जब ये हॉस्पिटल में थी। और इसका जो मेन प्रॉब्लम थी कि जब इसकी जो चुन्नी घूम गई इसके गर्दन और सिर के पास, ये नीचे गिरी, इसका ब्रेन हिल गया और ब्लड आता रहा। बेटा तेरे को होश थी? क्या था? पता लगता था? कोमा में इतने दिन तू रही? मुझे कुछ भी याद नहीं। मेरा 15 सितंबर को बर्थडे भी था, सबने मुझे विश किया पर मुझे पता ही नहीं था। और तुम जब पापा के पीछे बैठी, तुम पहली बार तुमने चुन्नी ली थी? वो मेरी आई थिंक तुम्हें संभालनी नहीं आती थी चुन्नी। आई थिंक वो तभी वो मैं कभी पहनी, नाइट सूट होता था, जीन्स टॉप होता था, ऐसे कपड़े पहनती थी। और दादी ने बोला मुकेश चुन्नी लेके जा, मैंने ले ली। और देखो तुम्हारे फादर जो थे वो फास्टिंग में थे। हाँ जी। और पापा मेरे बहुत फास्ट करते हैं, प्रभु की प्रार्थना करते हैं। इमेजिन करो जब इन पे प्रेयर हुई। एक वीडियो है जो जब ये कॉन्शियस में आई और खाने लगी, जब इन पे प्रार्थना हुई, रिकवरी शुरू हुई। इस तरह से ना चौथे दिन वैसे इन्हों होश आ गई। एक दिन बाद प्रेयर में जब होश आई, वो वीडियो दिखाओ जरा मेरे को। अच्छा, एक आपको इस बच्ची को तो मालूम नहीं होगी, ये तो कोमा में थी। आप ये बताओ, टाइम शॉर्ट है अभी, जब ये होश में आई, जब ये हील हुई, डॉक्टर की वर्डिंग क्या थी? बस ये बताओ। डॉक्टर कहते सी कि तैनू जिस रब ने बचाया वे साडे बस चों बाहर सी। ये सुनो, 3 हॉस्पिटल विद सीएमसी लुधियाना, एक बहुत बड़ा हॉस्पिटल है। 12 लाख रुपए टोटल खर्चा। 9 लाख आपका? 12 लाख ही लगे जी। 12 लाख लगा। हाँ, 9 लाख आपका था और 3 लाख क्या किया? 9 लाख रुपया जिस दिन लगे, मतलब कि मेरे को खत्म हो गया सी। मैंने डॉक्टर साहब ने कहा 820 रुपये जमा करवाओ, ये टेस्ट करना आ। तो मैं इन्होंने कहता कि मैनू इनू रिलीव कर दियो क्योंकि मेरे को पैसे मुक गए आ। 9 लाख लगाने तो बाद? हाँ जी। तो डॉक्टर के मैसेज आए सी, वो मैनू कहते कि की गल होई कि
ਕਹਿੰਦੇ ਤੇਰੀ ਜੇਬ 'ਚ ਹੁਣ ਕਿੰਨੇ ਆ? ਮੇਰੀ ਜੇਬ ਦੇ ਵਿੱਚ 20 ਰੁਪਏ ਸੀਗੇ। ਮੈਂ ਉਹਨਾਂ ਨੂੰ ਕਿਹਾ ਮੇਰੀ ਜੇਬ ਦੇ ਵਿੱਚ ਸਿਰਫ 20 ਰੁਪਏ ਆ। ਉਸ ਟਾਈਮ ਤੇ ਡਾਕਟਰ ਦੇ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਪ੍ਰਾਰਥਨਾ ਕੀਤੀ ਸੀ ਕਿ हे ਪ੍ਰਭੂ ਯਿਸੂ ਮਸੀਹ ਜੀ, ਜੇ ਡਾਕਟਰਾਂ ਦੇ ਅੰਦਰ ਲਾਲਚ ਦਾ ਆਤਮਾ ਆ ਉਹ ਨਿਕਲ ਜਾਵੇ ਇਹਨਾਂ ਚੋਂ। और लगता है डॉक्टर ने आपकी हेल्प की है फिर। ਉਸ ਦਿਨ ਕੀ ਹੋਇਆ, ਜਦੋਂ ਡਾਕਟਰ ਸਾਹਿਬ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ, ਵੀ ਮੇਰੇ ਜੇਬ 'ਚ 20 ਰੁਪਏ ਹੈ ਸਿਰਫ, ਤੁਸੀਂ ਇਹਨੂੰ ਭੇਜ ਦਿਓ ਵਾਪਸ, ਜੋ ਪਰਮੇਸ਼ਰ ਚਾਹੂੰਗਾ ਉਹੀ ਹੋਊਗਾ। ਪਰ ਉਹ ਕਹਿੰਦੇ, ਡਾਕਟਰ ਨੇ ਕਿਹਾ ਬਿਲਕੁਲ ਨਹੀਂ, ਕਹਿੰਦੀ ਭੇਜਣਾ ਹੈਗਾ। ਜੇ ਅੱਜ ਤੋਂ 15 ਦਿਨ ਪਹਿਲਾਂ ਲੈ ਜਾਂਦਾ ਤਾਂ ਅਸੀਂ ਭੇਜ ਦੇਣਾ ਸੀ, ਹੁਣ ਨਹੀਂ ਅਸੀਂ ਭੇਜਣਾ, ਤੂੰ 10 ਮਿੰਟ ਵੇਟ ਕਰ। 10 ਮਿੰਟ ਬਾਅਦ ਮੈਨੂੰ ਥੱਲੇ ਬੁਲਾਇਆ ਡਾਕਟਰ ਨੇ। ਉਹਨੇ ਕਿਹਾ ਕਿ ਤੇਰੇ ਕੋਲ ਪੈਸੇ ਨਹੀਂ ਹੈ, ਤੂੰ ਇਸ ਤਰ੍ਹਾਂ ਕਰ, ਕੱਲੇ ਦਵਾਈ ਦੇ ਪੈਸੇ ਦੇ, ਜਿਹੜਾ ਵੈਂਟੀਲੇਟਰ ਦਾ ਖਰਚਾ ਜਾਂ ਹੋਰ ਖਰਚਾ ਉਹ ਸਾਰੇ ਤੈਨੂੰ ਛੱਡਿਆ। ओह जीसस। सुनो, 3 हॉस्पिटल, उसको खुद याद नहीं वो कोमा में थी, कोमा में रही इतने दिन, प्रेयर लाइन रिसीव किया, उसके बाद रिकवरी शुरू हुई, होश में आई, खाना शुरू किया। मेरा ये बिलीव है कि इसके फादर की फाइट, हाँ, कि वो फास्टिंग में था जब वो जा रहा था। इमेजिन करो। और किसने बोला फास्ट रखने के लिए? परमेश्वर ने। जो कड़वा घूंट कई बार इंसान को पीना होता है, वो उसको पीना ही है, अगर स्वर्ग से वो चल पड़ा है तो। पर उसको पीने के दौरान तुम गिर ना जाओ, तुम भटक ना जाओ। परमेश्वर की आत्मा तुम्हें पहले से कहती है, अच्छा फास्टिंग कर ले, प्रार्थना बढ़ा। यीशु मसीह को क्रूस पे चढ़ना था, हाँ चढ़ना था कि नहीं? फिर सारी रात प्रार्थना करने की क्या जरूरत थी? जब मालूम है कि अगले दिन क्रूस पे चढ़ना है, अगले दिन लोगों ने बेइज्जती करनी है, अगले दिन क्रूस पे चढ़ाना है, और यीशु मसीह के पास इतनी ताकत थी, बच सकते थे उसी दिन, लेकिन कहते मैं 3 दिन के बाद जी उठूंगा। पर उस रात क्या किया? प्रेयर की कि पिता हो सके तो यह कटोरा टल जाए, दर्द की वजह से नहीं, क्योंकि जब यीशु मसीह को क्रूस पे चढ़ाया जाना था तो बाइबल के मुताबिक जो क्रूस पर लटकाया जाएगा वो श्रापित होगा, यह वचन पूरा होना था। जब यीशु मसीह ने क्रूस पे होना था तो कुछ पलों के लिए यहोवा पिता ने यीशु मसीह को छोड़ देना था, त्यागा जाना था यीशु मसीह ने, ताकि जो इंसान त्यागा गया है वो परमेश्वर के साथ मेल मिलाप कर ले। वो दर्द के कारण कि परमेश्वर से मैं त्यागा जाऊंगा, यीशु मसीह ने कहा हो सकता है तो ये कटोरा टल जाए, दर्द की वजह से नहीं, वो त्यागे जाने की वजह से। हालेलुया। आप वो लड़की देख रहे हो, आ जाओ, आप वो बच्ची देख रहे हो जो डेड थी। सुनो, आ जाओ। अच्छा, ये अभी भी पाइप का निशान होगा, सब कुछ वो ਮਿਲਾਈ ਸੀਗੀ ਅੱਲੇ ਕੇ ਦੂਸਰੇ ਦੇ ਵਾਸਤੇ ਕਹਿੰਦੇ ਹੀ ਰਹਿੰਦੇ ਇਹਨੇ ਨਾ। अच्छा देखो मैं कितने दिन हो गए इसको हील हुए, वो चुन्नी का निशान देखो, अगर तुम सही तरह से दिखाओगे ना, वो ऐसा लगता है अभी भी चुन्नी का ही निशान। देखो कितना डीप है वो चला गया। ये आज का लाजर है, आज का। एक छोटी सी चोट लग जाए ना, ब्लड आए तो दिमाग हिल जाता है। सच में दिमाग हिल गया। 2% चांस, मुंह से ब्लड, नाक से ब्लड, कान से ब्लड, हॉस्पिटल के बाद हॉस्पिटल, 12 लाख रुपए खर्चा। ऐसा व्यक्ति, उसको बोलो कि जीसस क्राइस्ट असली नहीं है, वो तुमको बताएगा फिर वो असली है कि नहीं। जोर से तारीफ करो, जोर से हाथों को उठा के, आंखों को बंद, हाथों को उठा के ऊपर। हालेलुया, थैंक यू जीसस। हालेलुया, 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 हालेलुया। वो मेरा खुदा है, वो जिंदा खुदा है,
कर ली, डरे परिवार से कर ली, वो रखे ना खबर हर पल दी। जोर से हालेलुया बोलो, जोर से। बैठ जाओ, बैठ जाओ, बैठ जाओ। हालेलुया। हालेलुया। कॉन्ग्रेचुलेशन नई लाइफ के लिए आपकी बेटी को खुदावंद ने दी। अब जाओ तो पता करो इनकी स्टोरी, देखो तो ओरिजिनल है कि नहीं। तुम्हें पूरे बिल दिखाएंगे एक एक हॉस्पिटल के, डॉक्टर से मिलवाएंगे। तारीफ करो जोर से। मुकेश बेटा सेवा करना खुदाबंद की, अब जोर से। हालेलुया, हालेलुया, हालेलुया। आमीन। अपनी हाथों को उठाओ बाइबल समेत।